जी मैं आया, तेरे हजूर यीशु जी मैं आया। आनंद शांति पाउण नूं, खाली दिल नूं मैं हाले आया, खाली दिल नूं मैं हाले आया। पाक रूह दी बरकत पाउण नूं, तेरे हजूर यीशु जी मैं आया, तेरे हजूर यीशु जी मैं आया। खूने अपने नाल तू धो दे मेरे चोले नूं, खूने अपने नाल तू धो दे मेरे चोले नूं। मैनू पवित्र करने वाला मेरा मालिक तू, मैनू पवित्र करने वाला मेरा मालिक तू। तू है मेहरबान जी, तेरे हजूर यीशु जी मैं आया, तेरे हजूर यीशु जी मैं आया। आनंद शांति पाउण नूं, खाली दिल नूं मैं हाले आया, खाली दिल नूं मैं हाले आया। पाक रूह दी बरकत पाउण नूं, तेरे हजूर यीशु जी मैं आया, तेरे हजूर यीशु जी मैं आया, तेरे हजूर यीशु जी मैं आया। बाप अदे बेटे अदे रूह बाग दे नाम ते आमीन। साडे प्रभु यीशु मसीह दा फसल, खुदा बाप दा प्रेम अदे रूह बाग दी सांझ तुहाडे नाल होवे ਅਤੇ ਤੁਹਾਡੀ रूह नाल भी होवे। खुदावंद यीशु मसीह विच मेरे प्यारे भराओ ते भैणो, खुदा दा धन्यवाद करिए कि प्रभु ने सानू इस पाक मासी गुरबानी विच भाग लैण दे लई, अपनी खास ਜ਼ਰੂਰਤਾਂ ਨੂੰ प्रभु लाउण दे लई ਇਹ मौका ਦਿੱਤਾ ਹੈ। ਜਦੋਂ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ, ਉਸ ਵੇਲੇ ਅਸੀਂ ਆਪਣੇ ਆਪ ਨੂੰ खुदा ਦੇ ਚਰਨਾਂ ਵਿੱਚ ਸਮਰਪਿਤ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਨੇਕ ਜ਼ਰੂਰਤਾਂ ਨੂੰ खुदा ਦੇ ਚਰਨਾਂ ਵਿੱਚ ਸਮਰਪਿਤ ਕਰਨਾ ਬਹੁਤ ਜ਼ਰੂਰੀ ਹੈ। प्रभु ने सानू संभाल के रखिया है, अदे अज दे दिन वेखण दे लई ये मौका दिता है। अज दिन नूं खुदा दे चरनां विच समर्पित करिए। इस महामारी दे वेले असीं बहुत सारे दे लई प्रार्थना करना बहुत जरूरी है। सब तो पहले खुदा दा धन्यवाद करिए कि खुदा सानू संभाल के रखिया, अदे बहुत सारे दे राही सानू सेवा निभाया। बहुत सारे लोग हुण इस बीमारी दे करके हस्पतालों विच हैं, इन्हां दे लई प्रार्थना करिए। खुदा दा खास दया उन्हें सारे उहदे होण दे लई, अते इस महामारी तो असीं सारिਆਂ ਨੂੰ छुटकारा पाउण दे लई असीं दिलों प्रार्थना करिए। अते इस पाक मासी गुरबानी विच भाग लैण दे राही आओ असीं उन्हां सारे ਜ਼ਰੂਰਤਾਂ ਦੇ ਲਈ प्राण खुदा दे अगे पेश करिए। वो सारे ਜ਼ਰੂਰਤਾਂ ਨੂੰ खुदा दे चरणां विच रखदे होए प्रार्थना करिए। साडी प्रार्थना दे द्वारा खुदा दी खास बरकत उन्हां सारे उत्ते होवे जिन्हां ਨੂੰ खुदा दी खास बरकत ਦੀ ਲੋੜ है। आओ असीं इस पाक मासी गुरबानी विच योगरी दे नाल भाग लैण दे लई अपनी जिंदगी विच कीते होए सारे गुनाहां दे लई खुदा कोलों माफ़ी मंगीए तां कि असीं योगरी दे नाल इस पाक मासी गुरबानी विच भाग ले सकीए। करदा पूरी कुदरत वाले खुदा ते पैना प्रामा दे अगे मैं एक बाल करदा, मैं एक बाल करदा। मैं सो
ਕਰਨ ਨਾਲ ਬਹੁਤ ਗੁਨਾਹ ਕੀਤੇ ਨੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਵੱਡੇ ਦੋਸ਼ ਦੇ ਨਾਲ ਮੈਂ ਇਕਬਾਲ ਕਰਦਾ ਹਾਂ। ਧੰਨ ਸਦਾ ਕੁਵਾਰੀ ਮਰੀਅਮ ਤੇ ਸਾਰੇ ਫਰਿਸ਼ਤਿਆਂ ਸੰਤਾਂ ਦੇ ਤੇ ਭੈਣਾਂ ਭਰਾਵਾਂ ਦੇ ਅੱਗੇ ਮੈਂ ਹੁਣ ਬੇਨਤੀ ਕਰਦਾ ਹਾਂ। ਮੈਂ ਇਕਬਾਲ ਕਰਦਾ ਹਾਂ। ਮੇਰੇ ਲਈ ਖੁਦਾ ਬੰਦਗੀ ਕਰੋ ਦੁਆ ਸਾਰੇ ਮਿਲ ਕੇ। ਮੈਂ ਆਇਆ ਤੇਰੇ ਬਾਰੇ, ਰਹਿਮ ਕਰੋ ਪ੍ਰਭੂ ਪਿਆਰੇ। ਮੈਂ ਇਕਬਾਲ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਤੇ ਭੈਣਾਂ ਭਰਾਵਾਂ ਦੇ ਅੱਗੇ ਮੈਂ ਇਕਬਾਲ ਕਰਦਾ ਹਾਂ। ਮੈਂ ਇਕਬਾਲ ਕਰਦਾ ਹਾਂ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵਿੱਚ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਥੋੜ੍ਹਾ ਦੇਰ ਮੌਨ ਰੱਖੇ ਆਪਣੇ ਖਾਸ ਜ਼ਰੂਰਤਾਂ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ। ਉਹਨਾਂ ਸਾਰੇ ਬਿਮਾਰ ਭੈਣ ਭਰਾਵਾਂ ਨੂੰ ਯਾਦ ਕਰੀਏ, ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ ਅਤੇ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ। ਜਿੰਨੇ ਵੀ ਲੋਕ ਸਾਡੇ ਤੋਂ ਪ੍ਰਾਰਥਨਾ ਦੀ ਮੰਗ ਕੀਤੀ ਹੈ, ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹੋਏ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਪ੍ਰਾਰਥਨਾ ਕਰੀਏ। ਇਹ ਪ੍ਰਭੂ ਆਪਣੇ ਇਮਾਨਦਾਰਾਂ ਉੱਤੇ ਤਰਸ ਖਾ ਕੇ ਸਾਡੇ ਲਈ ਆਪਣੇ ਫਸਲਾਂ ਦੇ ਖਜ਼ਾਨੇ ਦਾ ਤੋਹਫਾ ਪ੍ਰਦਾਨ ਕਰ। ਬਖਸ਼ ਦੇ ਕਿ ਈਮਾਨ, ਉਮੀਦ ਅਤੇ ਪਿਆਰ ਵਿੱਚ ਸਰਗਰਮ ਹੋ ਕੇ ਅਸੀਂ ਹਮੇਸ਼ਾ ਤੇਰੇ ਹੁਕਮਾਂ ਦੇ ਪ੍ਰਤੀ ਵਫਾਦਾਰ ਰਹਿ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਵਿਭਾਗ ਦੀ ਏਕਤਾ ਵਿੱਚ ਇਹ ਖੁਦਾ ਜੀਵਨ ਦੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪਾਠ ਪਹਿਲਾ ਮੀਕਾ ਦੇ ਗ੍ਰੰਥ ਵਿੱਚੋਂ, ਉਸ ਦਾ 2 ਬਾਬ 1 ਤੋਂ 5 ਆਇਤ ਤੱਕ। ਅਫਸੋਸ ਹੈ ਉਹਨਾਂ ਲੋਕਾਂ ਉੱਤੇ ਜੋ ਸੌਣ ਵੇਲੇ ਬੁਰੀਆਂ ਵਿਉਂਤਾਂ ਬਣਾਉਂਦੇ ਹਨ ਅਤੇ ਜਦੋਂ ਉਹ ਸਵੇਰੇ ਜਾਗਦੇ ਹਨ ਤਾਂ ਉਹਨਾਂ ਨੂੰ ਪੂਰਾ ਕਰਦੇ ਹਨ, ਕਿਉਂਕਿ ਇਹ ਸਭ ਉਹਨਾਂ ਦੇ ਆਪਣੇ ਅਧਿਕਾਰ ਵਿੱਚ ਹੁੰਦਾ ਹੈ। ਜਦੋਂ ਉਹ ਖੇਤ ਚਾਹੁੰਦੇ ਹਨ ਤਾਂ ਉਹ ਦੂਜਿਆਂ ਦੇ ਖੋਹ ਲੈਂਦੇ ਹਨ। ਜਦੋਂ ਉਹ ਘਰ ਚਾਹੁੰਦੇ ਹਨ ਤਾਂ ਉਹ ਉਹਨਾਂ ਉੱਤੇ ਕਬਜ਼ਾ ਕਰ ਲੈਂਦੇ ਹਨ। ਇਸ ਤਰ੍ਹਾਂ ਉਹ ਦੂਜਿਆਂ ਉੱਤੇ ਅਤਿਆਚਾਰ ਕਰਕੇ ਅਤੇ ਉਹਨਾਂ ਦੇ ਘਰ ਅਤੇ ਜਾਇਦਾਦ ਖੋਹ ਲੈਂਦੇ ਹਨ। ਪ੍ਰਭੂ ਇਹਨਾਂ ਅਤਿਆਚਾਰੀਆਂ ਨੂੰ ਕਹਿੰਦਾ ਹੈ, ਮੈਂ ਤੁਹਾਡੇ ਉੱਤੇ ਤਬਾਹੀ ਲਿਆ ਰਿਹਾ ਹਾਂ ਅਤੇ ਤੁਸੀਂ ਇਸ ਤੋਂ ਬਚ ਨਹੀਂ ਸਕੋਗੇ। ਸੋ ਤੁਸੀਂ ਬਿਪਤਾ ਵਿੱਚ ਫਸ ਜਾਵੋਗੇ ਅਤੇ ਫਿਰ ਹੰਕਾਰ ਨਹੀਂ ਕਰ ਸਕੋਗੇ। ਜਦੋਂ ਉਹ ਸਮਾਂ ਆਏਗਾ ਤਾਂ ਲੋਕ ਤੁਹਾਡੀ ਤਬਾਹੀ ਦੀ ਉਦਾਹਰਨ ਦੇਣਗੇ ਅਤੇ ਉਹ ਤੁਹਾਡੇ ਇਸ ਕੜਵੇ ਅਨੁਭਵ ਦਾ ਇਹ ਗੀਤ ਗਾਉਣਗੇ, ਅਸੀਂ ਪੂਰੀ ਤਰ੍ਹਾਂ ਨਾਲ ਨਾਸ਼ ਹੋ ਗਏ ਹਾਂ। ਪ੍ਰਭੂ ਨੇ ਸਾਡੀ ਧਰਤੀ ਸਾਡੇ ਤੋਂ ਖੋਹ ਲਈ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸੌਂਪ ਦਿੱਤੀ ਹੈ। ਫਿਰ ਜਦੋਂ ਪ੍ਰਭੂ ਦੇ ਲੋਕਾਂ ਨੂੰ ਇਹ ਧਰਤੀ ਵਾਪਸ ਦੇਣ ਦਾ ਸਮਾਂ ਆਏਗਾ ਤਾਂ ਉਸ ਸਮੇਂ ਤੇਰਾ ਕੋਈ ਹਿੱਸਾ ਨਹੀਂ ਹੋਵੇਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਮੈਂ ਸਬਰ ਦੇ ਨਾਲ ਆਸ ਰੱਖ ਕੇ ਖੁਦਾ ਦੀ ਕਰਦਾ ਸਾਂ ਇੰਤਜ਼ਾਰ। ਮੈਂ ਸਬਰ ਦੇ ਨਾਲ
आस रख के खुदा दी करदा सा इंतजारी। कद उसने मेरे तितर सिखा के सुनी मेरी सारी आवाज़ारी। कद उसने मेरे तितर सिखा के सुनी मेरी सारी आवाज़ारी। मैं सबर देना आस रख के खुदा दी करदा सा इंतजारी। ओ खतरे दे टोए देखो बियाचो है मैनू कढ़ के ले आया बाहर। ओ खतरे दे टोए देखो बियाचो है मैनू कढ़ के ले आया बाहर। चट्टान ते रखे पैर मेरे ते बख्श कदमानू उस दीवारी। चट्टान ते रखे पैर मेरे ते बख्श कदमानू उस दीवारी। मैं सबर देना आस रख के खुदा दी करदा सा इंतजारी। खुदा ने गीत नवा सिखाया कि जिस तो होवे तारीफ उसदी। खुदा ने गीत नवा सिखाया कि जिस तो होवे तारीफ उसदी। बथेरे मनण के खौफ उसदा ते आस रखणगे ते सारी। बथेरे मनण के खौफ उसदा ते आस रखण रबू ते सारी। मैं सबर दे नाल आस रख के खुदा दी करदा सा इंतजारी। तद उसने मेरे तितर सिखा के सुनी मेरी सारी आवाज़ारी। सुनी मेरी सारी आवाज़ारी। हालेलुया 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 हालेलुया। कर कर जाओ अंजील सुनाओ कौमां दे विच ओदा नाम फैलाओ। कर कर जाओ अंजील सुनाओ कौमां दे विच ओदा नाम फैलाओ। हालेलुया 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 हालेलुया। प्रभु तुहाड़े नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਰ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। तेरी वड्याई होवे ऐ प्रभु। ਪਰ ਫਰੀਸੀ ਬਾਹਰ ਨਿਕਲੇ ਅਤੇ ਉਸ ਦੇ ਵਿਰੁੱਧ ਸਲਾਹ ਮਸ਼ਵਰਾ ਕੀਤਾ ਕਿ ਕਿਸ ਤਰ੍ਹਾਂ ਉਸ ਨੂੰ ਮਾਰ ਦਿੱਤਾ ਜਾਵੇ। ਇਹ ਜਾਣਦੇ ਹੋਏ ਯीशु ਉਤੋਂ ਚਲਾ ਗਿਆ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਚੱਲ ਪਏ ਅਤੇ ਉਸਨੇ ਉਹਨਾਂ ਸਾਰਿਆਂ ਨੂੰ ਚੰਗਾ ਕੀਤਾ ਅਤੇ ਉਹਨਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਉਸ ਦੀ ਚਰਚਾ ਨਾ ਕਰਨਾ। ਇਹ ਉਹ ਪੂਰਾ ਕਰਨ ਲਈ ਹੋਇਆ
ਜੋ ਯਸ਼ਿਆ ਨਬੀ ਰਾਹੀਂ ਕਿਹਾ ਗਿਆ ਸੀ, ਦੇਖੋ ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰੀ ਜਾਨ ਬਹੁਤ ਖੁਸ਼ ਹੈ। ਮੈਂ ਆਪਣਾ ਰੂਹ ਉਸ ਉੱਤੇ ਖੱਲਾਂਗਾ ਅਤੇ ਉਹ ਕੌਮਾਂ ਵਿੱਚ ਨਿਆਂ ਧਰਮ ਦਾ ਐਲਾਨ ਕਰੇਗਾ। ਉਹ ਨਾ ਬਹਿਸ਼ ਵਿੱਚ ਪਵੇਗਾ ਅਤੇ ਨਾ ਹੀ ਚੀਖ ਚੀਖ ਕੇ ਬੋਲੇਗਾ, ਨਾ ਹੀ ਕੋਈ ਉਸ ਦੀ ਆਵਾਜ਼ ਗਲੀਆਂ ਵਿੱਚ ਸੁਣੇਗਾ। ਉਹ ਮਿੱਥੇ ਹੋਏ ਸਰਕੰਡੇ ਨੂੰ ਨਹੀਂ ਪੰਨੇਗਾ ਤੇ ਨਾ ਹੀ ਤੁਕਦੀ ਹੋਈ ਬੱਤੀ ਨੂੰ ਬੁਝਾਏਗਾ, ਜਦ ਤੱਕ ਉਹ ਇਨਸਾਫ ਦੀ ਜਿੱਤ ਨਾ ਕਰਾ ਲਵੇ ਅਤੇ ਉਸ ਦੇ ਨਾਮ ਵਿੱਚ ਕੌਮਾਂ ਉਮੀਦ ਰੱਖਣਗੀਆਂ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਖੁਦਾਵੰਦ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਭੈਣੋ, ਬਜ਼ੁਰਗੋ ਅਤੇ ਸਾਰੇ ਬੱਚਿਓ, ਇਹਨਾਂ ਦਿਨਾਂ ਵਿੱਚ ਅਸੀਂ ਪ੍ਰਭੂ ਦਾ ਵਚਨ ਨੂੰ ਸੁਣਦੇ ਹਾਂ। ਖਾਸ ਤੌਰ 'ਤੇ ਫਰੀਸੀ ਲੋਕ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਚਕਾਰ ਜੋ ਵੀ ਚੱਲਦੇ ਹਾਂ ਜਾਂ ਜੋ ਕੰਮ ਪ੍ਰਭੂ ਯਿਸੂ ਮਸੀਹ ਕਰਦੇ ਹਾਂ, ਉਸ ਦੇ ਖਿਲਾਫ ਦੂਸਰੇ ਸਾਈਡ ਫਰੀਸੀ ਲੋਕ ਅਤੇ ਪ੍ਰਭੂ ਯਿਸੂ ਮਸੀਹ ਅਧਿਕਾਰ ਦੇ ਨਾਲ, ਜੋ ਖੁਦਾ ਤੋਂ ਮਿਲਿਆ ਹੋਇਆ ਅਧਿਕਾਰ ਦੇ ਨਾਲ ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਵਿੱਚ ਕੰਮ ਕਰਦੇ ਹਾਂ। ਇੱਕ ਦੂਸਰੇ ਦੇ ਭਲੇ ਲਈ, ਚੰਗਾਈ ਲਈ ਉਹ ਕੰਮ ਕਰਦੇ ਰਹਿੰਦੇ ਹੋਏ ਇੱਕ ਇਲਾਕੇ ਤੋਂ ਅਲੱਗ-ਅਲੱਗ ਇਲਾਕੇ ਵਿੱਚ ਚੱਲਦੇ ਹਾਂ। ਪਰ ਇਹ ਫਰੀਸੀ ਲੋਕ ਇਹ ਸਾਰੇ ਮੰਨਣ ਦੇ ਲਈ, ਇਹ ਸਾਰੇ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ। ਹੁਣ ਅੱਜ ਦੀ ਅੰਜੀਲ ਅਸੀਂ ਸ਼ੁਰੂ ਕਰਦੇ ਹਾਂ, ਜਿਸ ਤਰ੍ਹਾਂ ਸੰਤ ਮੱਤੀ ਦੀ ਅੰਜੀਲ ਉਹਦਾ 12 ਬਾਬ 14 ਆਇਤ ਵਿੱਚ ਅਸੀਂ ਇਹ ਪੜ੍ਹਦੇ ਹਾਂ, ਪਰ ਫਰੀਸੀ ਬਾਹਰ ਨਿਕਲੇ ਅਤੇ ਉਸ ਦੇ ਵਿਰੁੱਧ ਸਲਾਹ ਮਸ਼ਵਰਾ ਕੀਤਾ ਕਿ ਕਿਸ ਤਰ੍ਹਾਂ ਉਸ ਨੂੰ ਮਾਰ ਦਿੱਤਾ ਜਾਵੇ। ਪ੍ਰਭੂ ਯਿਸੂ ਮਸੀਹ ਜਿਨ੍ਹਾਂ ਨੇ ਆਪਣੇ ਸੇਵਕਾਂ ਦੀ ਜ਼ਿੰਦਗੀ ਵਿੱਚ ਹਰੇਕ ਵਿਅਕਤੀ ਦਾ ਸੇਵਾ ਕੀਤਾ, ਚੰਗਾ ਕੀਤਾ ਅਤੇ ਉਸ ਵਿਅਕਤੀ ਨੂੰ ਖਤਮ ਕਰਨ ਦੇ ਲਈ ਇਹ ਫਰੀਸੀ ਲੋਕ ਡਿਸਕਸ ਕਰ ਰਹੇ, ਸੋਚ ਵਿਚਾਰ ਕਰ ਰਹੇ। ਇਸੇ ਤਰ੍ਹਾਂ ਦਾ ਫਰੀਸੀ ਵਾਂਗ ਸੁਭਾਵ, ਸੋਚ ਕਈ ਵਾਰ ਸਾਡੇ ਜ਼ਿੰਦਗੀ ਵਿੱਚ ਵੀ ਹੈ। ਇਸੇ ਤਰ੍ਹਾਂ ਦਾ ਸੋਚ ਸਾਡੇ ਜ਼ਿੰਦਗੀ ਵਿੱਚ ਵੀ ਹੈ, ਜਾਂ ਕਈ ਵਾਰ ਇਸੇ ਤਰ੍ਹਾਂ ਦਾ ਸੋਚ ਸਾਡੇ ਜ਼ਿੰਦਗੀ ਵਿੱਚ ਤੋਂ ਨਿਕਲਦਾ ਹੈ। ਨੇਕ ਕੰਮ ਕਰਨ ਦੇ ਬਾਵਜੂਦ ਵੀ ਸ਼ਾਇਦ ਕਈ ਲੋਕਾਂ ਨੇ ਸਾਨੂੰ ਜਾਂ ਮੈਨੂੰ ਇਸੇ ਤਰ੍ਹਾਂ ਬੋਲਣਗੇ ਜਾਂ ਉਸ ਦੇ ਖਿਲਾਫ ਬੋਲਣਗੇ, ਉਸ ਨੂੰ ਖਤਮ ਕਰਨ ਦੇ ਲਈ। ਫਰੀਸੀ ਲੋਕਾਂ ਦਾ ਮਨ ਵਿੱਚ ਇੱਕ ਹੀ ਸੋਚ ਸੀਗਾ, ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਖਤਮ ਕਰਨਾ। ਪੁਰਾਣੇ ਸਮੇਂ ਵਿੱਚ ਲੋਕ ਇਹ ਸੋਚਿਆ, ਜਾਂ ਫਰੀਸੀ ਲੋਕ ਆਪਣੇ ਆਪ ਸੋਚਿਆ ਕਿ ਉਹੀ ਲੋਕ ਹੈ, ਫਰੀਸੀ ਲੋਕ ਹੈ ਸਾਰਿਆਂ ਤੋਂ ਵੱਡਾ। ਸਾਰੇ ਫਰੀਸੀ ਲੋਕਾਂ ਦੀ ਆਦਰ ਕਰਨਾ, ਉਹਨਾਂ ਦੀ ਕਹਿਣਾ ਨੂੰ ਮੰਨਣਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਉਸੇ ਤਰ੍ਹਾਂ ਕਰਨਾ ਹੈ। ਅਤੇ ਪ੍ਰਭੂ ਯਿਸੂ ਮਸੀਹ ਆ ਗਿਆ ਇੱਕ ਸੇਵਾ ਕਰਨ ਵਾਲਾ ਵਿਅਕਤੀ ਦੇ ਰੂਪ ਵਿੱਚ। ਉਹ ਆਪਣੇ ਆਪ ਨੂੰ ਵੱਡਾ ਨਹੀਂ ਸਮਝਿਆ, ਖੁਦਾ ਦਾ ਦਾਸ ਸਮਝ ਕੇ ਹਰੇਕ ਵਿਅਕਤੀ ਦੀ ਸੇਵਾ ਕਰਨਾ ਸ਼ੁਰੂ ਕੀਤਾ, ਹਰੇਕ ਵਿਅਕਤੀ ਨੂੰ ਚੰਗਾ ਕਰਨਾ ਸ਼ੁਰੂ ਕੀਤਾ। ਕੋਈ ਵੀ ਬਿਮਾਰੀ ਹੋਵੇ, ਇਹ ਨਹੀਂ ਸੋਚਿਆ, ਉਹਨਾਂ ਦੇ ਵਿਸ਼ਵਾਸ ਦੇ ਰਾਹੀਂ ਉਹਨਾਂ ਨੂੰ ਚੰਗਾ ਕਰਦੇ ਆ। ਅਤੇ ਅੱਜ ਦੀ ਅੰਜੀਲ ਦਾ ਸ਼ੁਰੂਆਤ ਅਸੀਂ ਵੇਖਦੇ ਹਾਂ, ਉਹ ਫਰੀਸੀ ਲੋਕ ਪ੍ਰਭੂ ਯਿਸੂ ਮਸੀਹ ਨੂੰ ਖਤਮ ਕਰਨ ਦੇ ਲਈ ਕਿਸ ਤਰ੍ਹਾਂ ਖਤਮ ਕਰਨਗੇ ਉਸ ਦੇ ਬਾਰੇ ਸੋਚਦੇ ਆ। ਇਹ ਸੋਚ ਉਹਨਾਂ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਬਤ ਦਿਨ ਇੱਕ ਬਿਮਾਰ ਵਿਅਕਤੀ ਨੂੰ ਚੰਗਾ ਕੀਤਾ। ਅਤੇ ਫਰੀਸੀ ਲੋਕਾਂ ਦੇ ਲਈ ਇਹ ਸਾਬਤ ਦਿਨ ਪਾਕ ਦਿਨ ਹੈ। ਉਸ ਦਿਨ ਅਸੀਂ ਕੁਛ ਨਹੀਂ ਕਰਨਾ, ਕੋਈ ਕੰਮ ਨਹੀਂ ਕਰਨਾ। ਇਸ ਵਿਅਕਤੀ ਨੂੰ ਚੰਗਾ ਕੀਤਾ, ਉਹ ਫਰੀਸੀ ਲੋਕਾਂ ਦੇ ਲਈ ਇੱਕ ਵੱਡਾ ਕੰਮ ਹੋ ਗਿਆ। ਅਤੇ ਪ੍ਰਭੂ ਯਿਸੂ ਮਸੀਹ ਸਾਬਤ ਨੂੰ ਤੋੜ ਦਿੱਤੀ। ਇਸ ਲਈ ਫਰੀਸੀ ਲੋਕ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਹੋ ਗਏ ਅਤੇ ਉਹ ਮੌਕਾ ਬਣਾਉਣ ਦੇ ਲਈ ਕੋਸ਼ਿਸ਼ ਕੀਤਾ ਕਿਸ ਤਰ੍ਹਾਂ ਪ੍ਰਭੂ ਨੂੰ ਮਾਰ ਦਿੱਤਾ ਜਾਵੇ। ਅਸੀਂ ਵਿੱਚ ਮੇਰੇ ਭਰਾਵੋ ਤੇ ਭੈਣੋ, ਫਰੀਸੀ ਸੋਚ ਕਈ ਵਾਰ ਸਾਡੇ ਜ਼ਿੰਦਗੀ ਵਿੱਚ ਹੁੰਦੇ ਹਾਂ। ਫਰੀਸੀਆਂ ਦਾ ਕੰਮ ਕਈ ਵਾਰ ਸਾਡੇ ਜ਼ਿੰਦਗੀ ਵਿੱਚ ਵੀ ਹੈ। ਫਰੀਸੀ ਵਾਂਗ ਅਸੀਂ ਚੱਲਦੇ ਹਾਂ। ਕਈ ਵਾਰ ਅੱਜ ਕੱਲ੍ਹ ਅਸੀਂ ਵੇਖਦੇ ਹਾਂ, ਇਨਸਾਨ ਕੁਝ ਨਾ ਕੁਝ ਕੰਮ ਕਰਨ ਦੇ ਬਾਅਦ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਲੋਕਾਂ ਦੇ ਸਾਹਮਣੇ, ਮੈਨੇ ਇਹ ਕੰਮ ਕੀਤਾ, ਇਹ ਕੰਮ ਮੈਨੇ ਕੀਤਾ ਹੈ। 2-3 ਫੋਟੋ ਨਿਊਜ਼ਪੇਪਰ में डालो, ਸ਼ੇਅਰ ਕਰੋ ਅਤੇ ਦੂਸਰੇ ਲੋਕਾਂ ਨੂੰ ਪਤਾ ਹੋਵੇ ਕਿ ਇਹ ਕੰਮ ਮੈਨੇ ਕੀਤਾ। ਅੱਜ ਅੰਜੀਲ ਵਿੱਚ ਅਸੀਂ ਪੜ੍ਹਦੇ ਹਾਂ, ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿੰਦੇ ਹਾਂ ਇਸ ਦੇ ਬਾਰੇ ਕਿਸੇ ਨੂੰ ਨਹੀਂ ਕਹਿਣਾ। ਵਚਨ ਕਹਿੰਦੇ ਹਾਂ 16 ਆਇਤ ਵਿੱਚ,
ਅਤੇ ਉਹਨਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਉਸ ਦੀ ਚਰਚਾ ਨਾ ਕਰਨਾ। ਜੋ ਪ੍ਰਭੂ ਯਿਸੂ ਮਸੀਹ ਕੀਤਾ ਹੈ, ਜੋ ਚੰਗਾਈ ਦਾ ਕੰਮ ਕੀਤਾ ਹੈ, ਚੰਗਾ ਕੀਤਾ ਹੈ, ਉਹ ਕਿਸੇ ਨੂੰ ਨਹੀਂ ਦੱਸਣਾ ਹੈ। ਉਹ ਖੁਦਾ ਦੀ ਵਡਿਆਈ ਦੇ ਲਈ। ਅਸੀਂ ਕਈ ਵਾਰ ਇਸੇ ਰਾਤ ਨਹੀਂ, ਅਸੀਂ ਸਾਰੇ ਪ੍ਰਭੂ ਦੀ ਪੈਰਵੀ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰਦੇ ਹਾਂ, ਪਰ ਅਸੀਂ ਜਿਸ ਤਰ੍ਹਾਂ ਪ੍ਰਭੂ ਸਾਡੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਉਸੇ ਤਰ੍ਹਾਂ ਕਰਨ ਦੇ ਲਈ ਤਿਆਰ ਨਹੀਂ। ਉਸੇ ਤਰ੍ਹਾਂ ਕਰਨ ਦੇ ਲਈ ਅਸੀਂ ਤਿਆਰ ਨਹੀਂ ਹੈ। ਜਾਣੇ ਅਣਜਾਣੇ ਸਾਡੇ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਦਾ ਸੁਭਾਅ ਹੈ, ਸੋਚ ਹੈ ਕਿ ਜੋ ਮੈਂ ਕੰਮ ਕੀਤਾ, ਚੰਗਾ ਕੰਮ ਕੀਤਾ, ਕਮ ਸੇ ਕਮ ਮੇਰੇ ਗੁਆਂਢੀ ਨੂੰ ਪਤਾ ਹੋਵੇ। ਸੇਵਾ ਕੀਤਾ ਹੋ 2-3 ਲੋਕਾਂ ਨੂੰ ਪਤਾ ਹੋਵੇ ਮੈਂ ਨਹੀਂ ਕੀਤਾ। ਅਤੇ ਕਈ ਲੋਕ ਵੀ ਹੈ ਦਿਖਾਉਣ ਵਾਸਤੇ ਵੀ ਸੇਵਾ ਕਰਦੇ ਹਾਂ। ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ। ਇਸੇ ਤਰ੍ਹਾਂ ਦਾ ਸੁਭਾਅ ਅਲੱਗ-ਅਲੱਗ ਲੋਕਾਂ ਦੀ ਜ਼ਿੰਦਗੀ ਵਿੱਚ ਹੈ। ਹੁਣ ਸਵਾਲ ਇਹ ਹੈ, ਅਸੀਂ ਕਿਤੇ ਫਰੀਸੀ ਵਾਂਗ ਦੇ ਸੋਚਦੇ ਰਾਹ ਅਸੀਂ ਜਿੰਦੇ ਹਾਂ ਜਾਂ ਪ੍ਰਭੂ ਯਿਸੂ ਮਸੀਹ ਦੇ ਸੋਚਦੇ ਰਾਹ? ਅਸੀਂ ਸੇਵਾ ਇਸ ਲਈ ਕਰਦੇ ਹਾਂ ਕਿ ਖੁਦਾ ਬਾਪ ਦੀ ਵਡਿਆਈ ਹੋਵੇ, ਜਾਂ ਇਸ ਸੰਸਾਰ ਵਿੱਚ ਰਹਿੰਦੇ ਸਮੇਂ ਆਪਣਾ ਨਾਮ ਰੋਸ਼ਨ ਕਰਨ ਦੇ ਲਈ, ਜਾਂ ਆਪਣੇ ਨਾਮ ਨੂੰ ਦੂਸਰੇ ਲੋਕਾਂ ਤੱਕ, ਜਾਂ ਦੂਸਰੇ ਲੋਕ ਮੈਨੂੰ ਮੰਨਣਗੇ ਕਿ ਮੈਂ ਇਹ ਸਾਰੇ ਕੰਮ ਕੀਤਾ, ਇਹ ਬੰਦਾ ਇੱਕ ਵੱਡਾ ਕੰਮ ਕੀਤਾ, ਉਹ ਕੀਤਾ, ਇਹ ਕੀਤਾ, ਅਤੇ ਉਸੇ ਰਾਹ ਹੀ ਲੋਕ ਮੈਨੂੰ ਆਦਰ ਕਰੇ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਇਸ ਮਹਾਮਾਰੀ ਦੇ ਸਮੇਂ ਅਸੀਂ ਆਪਣੇ ਦਿਲ ਖੋਲ੍ਹ ਕੇ ਇੱਕ ਦੂਸਰੇ ਦੀ ਸੇਵਾ ਕਰਦੇ ਹਾਂ। ਕਿ ਮੇਰੇ ਮਨ ਵਿੱਚ ਇਸੇ ਤਰ੍ਹਾਂ ਦਾ ਸੋਚ ਆਇਆ ਕਿ ਨਹੀਂ? ਹੁਣ ਪ੍ਰਾਰਥਨਾ ਕਰਨਾ ਹੈ, ਪ੍ਰਭੂ ਦੀ ਪੈਰਵੀ ਕਰਨ ਦੇ ਰਾਹ ਹੀ ਅਸੀਂ ਸਿਰਫ ਪ੍ਰਭੂ ਦਾ ਵਚਨ ਨੂੰ ਸਿਰਫ ਨਾ ਪੜ੍ਹੀਏ, ਪਰ ਪੜ੍ਹਨ ਦੇ ਰਾਹ ਹੀ ਅਤੇ ਪੜ੍ਹਨ ਦੇ ਬਾਅਦ ਉਹ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰਨਾ ਹੈ। ਪ੍ਰਭੂ ਯਿਸੂ ਮਸੀਹ ਬਹੁਤ ਸਾਰੇ ਸਿੱਖਿਆ ਸਾਨੂੰ ਦਿੰਦੇ ਹੈ। ਉਸ ਸਿੱਖਿਆ ਦੇਣ ਦੇ ਬਾਅਦ ਜਾਂ ਉਸ ਤੋਂ ਪਹਿਲੇ ਉਸਨੇ ਖੁਦ ਦਿਖਾਇਆ ਸਾਨੂੰ ਕਿ ਸਾਰੇ ਕਿੱਦਾਂ ਕਰਨਾ ਹੈ। ਅਤੇ ਅੱਜ ਦੇ ਅੰਜੀਲ ਵਿੱਚ ਵੀ ਅਸੀਂ ਉਹੀ ਵੇਖਦੇ ਹਾਂ। ਚੰਗਾ ਕਰਨ ਦੇ ਬਾਅਦ ਪ੍ਰਭੂ ਇਹ ਕਹਿੰਦੇ ਹਨ, ਇਸ ਦੇ ਬਾਰੇ ਚਰਚਾ ਨਹੀਂ ਕਰਨਾ। ਅਤੇ ਬਹੁਤ ਸਾਰੇ ਲੋਕ ਪ੍ਰਭੂ ਦੀ ਪੈਰਵੀ ਕਰਦੇ ਹਨ ਅਤੇ ਪ੍ਰਭੂ ਉਹਨਾਂ ਸਾਰਿਆਂ ਨੂੰ ਚੰਗਾ ਕੀਤਾ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਜੇਕਰ ਅਸੀਂ ਪ੍ਰਭੂ ਦੀ ਪੈਰਵੀ ਕਰਦੇ ਹਾਂ, ਵਿਸ਼ਵਾਸ ਰੱਖਣਾ ਹੈ ਕਿ ਸੱਚਮੁੱਚ ਪ੍ਰਭੂ ਸਾਨੂੰ ਵੀ ਚੰਗਾ ਕਰਨਗੇ। ਅਸੀਂ ਕਿਸ ਤਰ੍ਹਾਂ ਪ੍ਰਭੂ ਦੀ ਪੈਰਵੀ ਕਰਦੇ ਹਾਂ? ਜੇਕਰ ਅੱਜ ਮੈਨੂੰ ਚੰਗਾਈ ਨਹੀਂ ਮਿਲਿਆ ਹੈ, ਸਵਾਲ ਅਸੀਂ ਪੁੱਛਣਾ ਹੈ ਕਿਉਂ, ਕਿਸ ਤਰ੍ਹਾਂ ਅਸੀਂ ਪ੍ਰਭੂ ਦੀ ਪੈਰਵੀ ਕਰਦੇ ਹਾਂ? ਮੈਂ ਬਾਈਬਲ ਵਿੱਚ ਅੰਜੀਲ ਵਿੱਚ ਅਸੀਂ ਪੜ੍ਹਦੇ ਹਾਂ, ਅੱਜ ਦੇ ਅੰਜੀਲ ਵਿੱਚ ਜੋ ਵੀ ਲੋਕ ਪ੍ਰਭੂ ਦੀ ਪੈਰਵੀ ਕੀਤਾ ਉਹਨਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਚੰਗਾ ਕੀਤਾ। 12 ਬਾਬ 15 ਆਇਤ ਵਿੱਚ ਇਹ ਜਾਣਦੇ ਹੋਏ ਯਿਸੂ ਉਤੋਂ ਚਲਾ ਗਿਆ ਅਤੇ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਚੱਲ ਪਏ ਅਤੇ ਉਸ ਤੇ ਉਹਨਾਂ ਸਾਰਿਆਂ ਨੂੰ ਚੰਗਾ ਕੀਤਾ। ਹਾਂ ਪਿਆਰਿਓ, ਪ੍ਰਭੂ ਦੀ ਪੈਰਵੀ ਕਰਨ ਦੇ ਰਾਹ ਹੀ, ਪ੍ਰਭੂ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਆਪਣੀ ਜ਼ਿੰਦਗੀ ਵਧਾਉਣ ਦੇ ਰਾਹ ਹੀ ਖੁਦਾ ਸਾਨੂੰ ਚੰਗਾਈ ਦਿੰਦੇ ਹਨ, ਬਰਕਤ ਦਿੰਦੇ ਹਨ। ਅਤੇ ਅੱਜ ਦੇ ਅੰਜੀਲ ਵਿੱਚ ਖਾਸ ਤੌਰ 'ਤੇ ਯਸ਼ਯਾਹ ਨਬੀ ਦਾ ਜੋ ਭਵਿੱਖਬਾਣੀ ਦੇ ਬਾਰੇ ਸਾਨੂੰ ਕਹਿੰਦੇ ਹਨ, ਪ੍ਰਭੂ ਯਿਸੂ ਮਸੀਹ ਦੇ ਬਾਰੇ ਯਸ਼ਯਾਹ ਨਬੀ ਪੁਰਾਣੇ ਸਮੇਂ ਵਿੱਚ ਕਾਫੀ ਸਾਲਾਂ ਪਹਿਲੇ ਐਲਾਨ ਕੀਤਾ, ਭਵਿੱਖਬਾਣੀ ਕੀਤਾ, ਪ੍ਰਭੂ ਯਿਸੂ ਮਸੀਹ ਇਸੇ ਤਰ੍ਹਾਂ ਹੋਵੇਗਾ ਜੋ ਨਾ ਪਸੰਦ ਕਰਨ ਵਾਲਾ ਹੈ ਅਤੇ ਨਿਆਂ ਕਰਨ ਦੇ ਲਈ ਇਸ ਸੰਸਾਰ ਵਿੱਚ ਆਇਆ। ਜਾਂ ਮਤਲਬ ਖੁਦਾ ਦੀ ਮਰਜ਼ੀ ਨੂੰ ਇਸ ਸੰਸਾਰ ਵਿੱਚ ਪੂਰਾ ਕਰਨ ਦੇ ਲਈ ਸੰਸਾਰ ਵਿੱਚ ਆਇਆ, ਜਾਂ ਖੁਦਾ ਬਾਪ ਨੇ ਇਸ ਸੰਸਾਰ ਵਿੱਚ ਘੱਲਿਆ। ਅਸੀਂ ਵੀ ਪ੍ਰਭੂ ਦੀ ਪੈਰਵੀ ਕਰਨ ਦੇ ਵੇਲੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਤਿਆਰ ਰਹਿਣਾ ਹੈ, ਖੁਦਾ ਦੀ ਹੁਕਮਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਵਧਾਉਣ ਦੇ ਲਈ ਤਿਆਰ ਹੋਣਾ ਹੈ। ਹਾਂ ਪਿਆਰਿਓ, ਅੱਜ ਦੀ ਇਸ ਭਾਗ ਮਾਸ ਦੀ ਕਿਰਪਾਨ ਵਿੱਚ ਭਾਗ ਲੈਣ ਦੇ ਰਾਹ ਇਹੀ ਪ੍ਰਾਰਥਨਾ ਕਰੀ, ਪ੍ਰਭੂ ਦੀ ਪੈਰਵੀ ਕਰਨ ਦੇ ਰਾਹ ਮੈਂ ਪ੍ਰਭੂ ਦੀ ਨਮੂਨੇ ਉੱਤੇ ਚੱਲਦੇ ਹੋਏ ਇੱਕ ਨੇਕ ਅਤੇ ਪਵਿੱਤਰ ਜ਼ਿੰਦਗੀ ਵਧਾਈ। ਆਪਣੇ ਕੰਮ ਦੇ ਰਾਹ ਹੀ ਦੂਸਰੇ ਲੋਕ ਇਹ ਕਹਿਣਾ ਕਿ ਇਹ ਪ੍ਰਭੂ ਨੂੰ ਮੰਨਣ ਵਾਲਾ ਹੈ, ਇਹ ਪ੍ਰਭੂ ਦੀ ਚੇਲਾ ਹੈ। ਆਪਣੀ ਜ਼ਿੰਦਗੀ ਰਾਹ ਹੀ ਅਸੀਂ ਨਮੂਨਾ ਪੇਸ਼ ਕਰੀਏ, ਗਵਾਹੀ ਦੇਈਏ, ਤਾਂ ਕਿ ਬਹੁਤ ਸਾਰੇ ਲੋਕ ਪ੍ਰਭੂ ਲਾਵੇ। ਆਓ ਅਸੀਂ ਇਸ ਮਕਸਦ ਲਈ ਅੱਜ ਇਸ ਭਾਗ ਮਾਸਿਕ ਕਿਰਪਾਨ ਵਿੱਚ ਵਿਸ਼ੇਸ਼ ਪ੍ਰਾਰਥਨਾ ਕਰੀਏ ਅਤੇ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। तन सब है तेरा, करो कबूल चढ़ावा मेरा। तन मन दे तन सब
सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो मेरे है खून सब तेरा है दान, हर वेले दिल विच रब तेरा है नाम। मालिक तू मेरा, खालिक तू मेरा, मेरे लिए सब कुछ बस तेरी है शान। तन मन दे तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। नेकी दे नाल मैं तेरे कोले आवा, रोटी ते दाग रस तेनू मैं चढ़ावा। तेरे कोले आके मुक्ति मैं पाके, तेरे ही गीत मैं निस दिन गावा। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। प्यारे प्रावत बहनों, प्रार्थना करो कि मेरी अति तुहाड़ी कुर्बानी पूरी कुदरत वाले खुदा बाप ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਦੇ ਲਈ ਨਾਲ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਖੁਦਾ ਇਸ ਮਸੀਹ ਦੀ ਇੱਕੋ ਹੀ ਸੰਪੂਰਨ ਕੁਰਬਾਨੀ ਵਿੱਚ ਤੂੰ ਪੁਰਾਣੇ ਨੇਮ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਮੁਕੰਮਲ ਕੀਤਾ। ਸਾਡੀ ਇਸ ਨਸਰਾਨੇ ਨੂੰ ਕਬੂਲ ਕਰ ਅਤੇ ਇਹਨਾਂ ਨੂੰ ਪਾ ਕਰ, ਜਿਵੇਂ ਇੱਕ ਦਿਨ ਤੂੰ ਆਪਣੇ ਧਰਮੀ ਸੇਵਕ ਹਾਬੇਲ ਦੇ ਤੋਹਫਿਆਂ ਨੂੰ ਕਬੂਲ ਕੀਤਾ। ਬਖਸ਼ ਦੇ ਕਿ ਹਰ ਕੋਈ ਜੋ ਕੁਝ ਤੇਰੀ ਮਹਿਮਾ ਲਈ ਚੜਾਉਂਦਾ ਹੈ ਉਹ ਸਾਰਿਆਂ ਦੀ ਨਜਾਤ ਲਈ ਫਾਇਦੇਮੰਦ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਦੇ ਅਗਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਇਸ ਮਸੀਹ ਆਪਣੇ ਪ੍ਰਭੂ ਦੇ ਰਾਹ ਤੇਰਾ ਧੰਨਵਾਦ ਕਰੀਏ। ਉਹਦੇ ਵਿੱਚ ਤੂੰ ਸਾਰੀਆਂ ਚੀਜ਼ਾਂ ਨੂੰ ਨਵਾਂ ਬਣਾਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਉਹਦੇ ਖਜ਼ਾਨਿਆਂ ਦੇ ਹਿੱਸੇਦਾਰ ਬਣਾ ਦਿੱਤਾ ਹੈ। ਉਸਨੇ ਖੁਦਾ ਹੋ ਕੇ ਵੀ ਆਪਣੇ ਖੁਦਾਈ ਸਰੂਪ ਨੂੰ ਢੱਕ ਲਿਆ ਅਤੇ ਸਲੀਬ ਤੇ ਵਹਾਈ ਆਪਣੇ ਲਹੂ ਨਾਲ ਦੁਨੀਆ ਵਿੱਚ ਸ਼ਾਨ ਦਿਲਾਂਦੀ। ਇਸ ਲਈ ਉਹ ਸਾਰੀ ਸ੍ਰਿਸ਼ਟੀ ਤੋਂ ਉੱਚਾ ਕੀਤਾ ਗਿਆ ਅਤੇ ਉਸ ਦੀ ਸੇਵਾ ਕਰਨ ਵਾਲੇ ਸਾਰਿਆਂ ਲਈ ਉਹ ਸਦੀਵੀ ਜੀਵਨ ਦਾ ਸੋਮਾ ਬਣ ਗਿਆ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। आपका
खुदावन सदा, पाक 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 खुदावन सदा, खुदावन सदा लश्कराना खुदा, खुदावन सदा लश्कराना खुदा। ज़मीन आसमान तेरी वडियाइयां नाल परे हन उच्चियां विचों होसना। ज़मीन आसमान तेरी वडियाइयां नाल परे हन उच्चियां विचों होसना। होसना 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 होसना, पाक 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 खुदावन सदा, पाक 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 खुदावन सदा, खुदावन सदा लश्कराना खुदा, खुदावन सदा लश्कराना खुदा। ओ तन है खुदावंद नाम दे उते जो आंदा है उच्चियां विचों होसना। ओ तन है खुदावंद नाम दे उते जो आंदा है उच्चियां विचों होसना। होसना 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 होसना, पाक 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 खुदावन सदा, पाक 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 खुदावन सदा, खुदावन सदा लश्कराना खुदा, खुदावन सदा लश्कराना खुदा। ये प्रभु तू सचमुच पाक है ਅਤੇ ਸਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਬੇਨਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੇਹ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੀ ਆ, ਰੋਟੀ ਥੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦੀ ਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद, ਮਸੀਹਾ ਮਰ ਗਿਆ ਹੈ, ਮਸੀਹਾ ਜੀ ਉਠਿਆ ਹੈ, ਮਸੀਹਾ ਮਹਿਮਾ ਦੇ ਨਾਲ ਫੇਰ ਆਵੇਗਾ। ਇਹ ਪ੍ਰਭੂ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਜੀਵਨ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ ਸਰਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਬਾਬਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ, ਸਾਡੇ ਰਸੂਲੀ ਸੰਚਾਲਕ ਬਿਸ਼ਪ ਐਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੋ ਗਏ ਹਨ
ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੀ ਉਹਦੇ ਦਾ ਯਾਕ ਤਾਂ ਜੋ ਤੈਨੂੰ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸਦੀ ਕੁਵਾਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਦੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹ ਹੀ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹ ਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਬਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਖਾਸ ਜ਼ਰੂਰਤਾਂ ਨੂੰ ਸਮਰਪਿਤ ਕਰਦੇ ਹੋਏ ਪ੍ਰਾਰਥਨਾ ਕਰੀਏ, ਜਿਸ ਤਰ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। हे ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਪ੍ਰਤਾਪ ਯੁਗ ਯੁਗ ਤੇਰਾ ਹੀ ਹੈ। हे ਪ੍ਰਭੂ ਯਿਸੂ ਮਸੀਹ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੀ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜੀਵਨ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। चुक ले जाता है एले ले खुदा दे, एले ले खुदा दे, साडे उते दया करो। एले ले खुदा दे तू दुनिया दे गुनाह चुक ले जाता है। एले ले खुदा दे, एले ले खुदा दे, साडे उते दया करो। एले ले खुदा दे तू दुनिया दे गुनाह चुक ले जाता है। एले ले खुदा दे, एले ले खुदा दे, सानू शांति प्रदान करो, सानू शांति प्रदान करो। देखो खुदा दे लेला इन वेखो ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮਸੀਹ ਦਾ ਬਦਨ ਅਤੇ ਲਹੂ ਸਦੀਵੀ ਜੀਵਨ ਲਈ ਮੈਨੂੰ ਸੰਭਾਲੀ ਰੱਖੀ।
कितना हसीन वादा ये किया खुदावंद ने, कितना हसीन वादा ये किया खुदावंद ने। जहाँ दो या तीन जमा हो मैं हूँ हाजिर उनमें, जहाँ दो या तीन जमा हो मैं हूँ हाजिर उनमें। कितना हसीन वादा ये किया खुदावंद ने, कितना हसीन वादा ये किया खुदावंद ने। जहाँ दो या तीन जमा हो मैं हूँ हाजिर उनमें, जहाँ दो या तीन जमा हो मैं हूँ हाजिर उनमें। तुझे अकेला ना छोड़ूं मैं, रूह अपनी भेजूं। तुझे अकेला ना छोड़ूं मैं, रूह अपनी भेजूं। तुझे अकेला ना छोड़ूं मैं, रूह अपनी भेजूं। तुझे अनाथ भी ना छोड़ूं, एक मददगार भी। तुझे अकेला भी ना छोड़ूं, एक मददगार भेजूं। यीशु के सिवाय कब है बात कही किसने, यीशु के सिवाय कब है बात कही किसने। जहाँ दो या तीन जमा हो मैं हूँ हाजिर उनमें, जहाँ दो या तीन जमा हो मैं हूँ हाजिर उनमें, मैं हूँ हाजिर उनमें, मैं हूँ हाजिर उनमें। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਆਪਣੇ ਲੋਕਾਂ ਦੀ ਸਹਾਇਤਾ ਕਰ, ਜਿਨ੍ਹਾਂ ਨੇ ਤੂੰ ਇਹਨਾਂ ਪਾਕ ਭੇਦਾਂ ਨੂੰ ਮਨਾਉਣ ਦਾ ਫਜ਼ਲ ਦਿੱਤਾ ਹੈ। ਬਖਸ਼ ਦੇ ਕਿ ਅਸੀਂ ਗੁਨਾਹ ਰਾਹੀਂ ਹੋਣ ਵਾਲੀ ਬਰਬਾਦੀ ਤੋਂ ਲੰਘ ਕੇ ਨਵੇਂ ਜੀਵਨ ਦੀ ਭਰਪੂਰੀ ਵਿੱਚ ਪਹੁੰਚਣ ਦੀ ਕਾਮਯਾਬੀ ਪਾ ਸਕੀਏ, ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਬੇਟਾ ਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਪਾਕ ਮਸਜਿਦ ਗੁਰਬਾਨੀ ਚੜਾਈ ਗਈ ਹੈ, ਸ਼ਾਂਤੀ ਨਾਲ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਆਉਂਦੀ ਹਾਂ ਅਤੇ ਤੇਰੇ ਕੋਲ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇਤਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮੇਰੀ ਬਾਣੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।
ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੁਲਦੇ ਫਿਰਦੇ ਸਾਂ ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੁਲਦੇ ਫਿਰਦੇ ਸਾਂ ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ ਅਸੀਂ ਲੱਭਦੇ ਫਿਰਦੇ ਸਾਂ ਖੁਦਾ ਦੀਆਂ ਸੱਚੀਆਂ ਰਾਹਾਂ ਨੂੰ ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਅਸੀਂ ਨਿੱਤ ਤਰਸਦੇ ਸਾਂ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਪਿਆਰ ਦੀਆਂ ਠੰਡੀਆਂ ਛਾਵਾਂ ਨੂੰ ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ ਅਸੀਂ ਰੁਲਦੇ ਫਿਰਦੇ ਸਾਂ ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਤੇ ਰੱਬ ਸਾਨੂੰ ਪਿਆਰ ਕਰਦਾ ਏ ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ ਤੇ ਰੱਬ ਸਾਨੂੰ ਪਿਆਰ ਕਰਦਾ ਏ ਤੇ ਰੱਬ ਸਾਨੂੰ ਪਿਆਰ ਕਰਦਾ ਏ